ਅੱਜ ਇੱਕ ਬਹੁਤ ਅਹਿਮ ਮਸਲੇ 'ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਪਰਿਭਾਸ਼ਾ ਹੈ। ਤੋ ਉਸ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਨੀਆਂ। ਉਹ ਸਾਰਾ ਮਸਲਾ ਸ਼ੁਰੂ ਕਰਨ ਤੋਂ ਪਹਿਲਾਂ ਸਤਿਕਾਰਯੋਗ ਸਰੋਤੇ ਆ ਜਿਹੜੇ ਬ੍ਰੇਨ ਔਨ ਟੀਵੀ ਦੇ ਦੂਰ ਦਰਾਡੇ ਬੈਠੇ, ਉਹਨਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ 2000 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਸੀ ਔਰ ਉਸ ਕੇਸ ਦਾ ਇੱਕ ਬਹੁਤ ਅਹਿਮ ਫੈਸਲਾ ਆਇਆ ਔਰ ਜਿਸ ਦੀਆਂ ਬਹੁਤ ਡੀਪਰ, ਬਹੁਤ ਡੂੰਘੀਆਂ ਇੰਪਲੀਕੇਸ਼ਨਸ ਹੈਗੀਆਂ। ਕੀ ਉਹ ਫੈਸਲਾ ਕਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੇਟਸ ਜਾਂ ਉਹਦੀ ਪਰਿਭਾਸ਼ਾ ਨੂੰ ਬਹੁਤ ਸਤਿਕਾਰਿਤ ਜੋ ਦੋ ਸੁਪਰੀਮ ਕੋਰਟ ਬੈਂਚ ਦੇ ਜੱਜ ਸਾਹਿਬਾਨ ਦਾ ਫੈਸਲਾ ਬਹੁਤ ਹੀ ਅਹਿਮ ਆ ਔਰ ਬੜੀ ਦਿਲਚਸਪ ਗੱਲ ਹੈ ਕਿ ਦੋਨੇ ਦੇ ਦੋਨੇ ਜਿਹੜੇ ਸਿਟਿੰਗ ਜੱਜ ਆ ਸੁਪਰੀਮ ਕੋਰਟ ਦੇ ਜਿਹੜੇ ਫੈਸਲਾ ਦੇ ਰਹੇ ਆ, ਉਹਨਾਂ ਦੀ ਆਪਸ ਦੇ ਵਿੱਚ ਟੋਟਲ ਯੂਨੈਨਿਮਿਟੀ ਹੈ। ਕੋਈ ਉਹਨਾਂ ਦਾ ਆਪਸ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਨਹੀਂ ਔਰ ਉਹ ਦੋਨੇ ਦੇ ਦੋਨੇ ਜੱਜ ਨੌਨ ਸਿੱਖ ਆ। ਉਹ ਗਾਲਬਨ ਜਿਸ ਤਰ੍ਹਾਂ ਉਹਨਾਂ ਦੇ ਨਾਂ ਆ ਲੱਗਦੇ ਆ ਉਹ ਸਾਊਥ ਇੰਡੀਅਨ ਜੱਜ ਹੋਣ। ਮੈਂ ਉਹਨਾਂ ਦੇ ਨਾਂ ਵੀ ਆਪਣੇ ਸਰੋਤਿਆਂ ਨੂੰ ਦੱਸਣੇ ਚਾਹੁੰਦਾ ਕਿ ਕਿਹੜੇ ਜੱਜਾਂ ਨੇ ਔਰ ਕਿੰਨੀ ਉਹਨਾਂ ਨੇ ਇਨ ਡੈਪਥ ਸਟੱਡੀ ਕੀਤੀ ਆ ਇਸ ਜਜਮੈਂਟ ਨੂੰ ਦੇਣ ਦੇ ਲਈ। ਬਹੁਤ ਹੀ ਪ੍ਰੋਫਾਊਂਡ ਜਜਮੈਂਟ ਹੈ, ਬਹੁਤ ਹੀ ਡੀਪਰ ਥਾਟਸ ਉਹਨਾਂ ਨੇ ਇਸ ਦੇ ਵਿੱਚ ਪੁੱਟ ਕੀਤੇ ਆ। ਮੈਂ ਸਮਝਦਾ ਕਿ ਸਾਰੇ ਸਿੱਖ ਜਗਤ ਨੂੰ ਇੱਕ ਤਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ, ਦੂਸਰਾ ਇਸ ਨੂੰ ਜ਼ਰੂਰ ਸਟੱਡੀ ਕਰਨਾ ਚਾਹੀਦਾ ਕਿਉਂਕਿ ਜਿਸ ਕਿਸਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਜਨਰਲੀ ਲੋਕ ਸਮਝਦੇ ਆ, ਇਹ ਬਿਲਕੁਲ ਉਸ ਦੇ ਉਲਟਾ, ਬਿਲਕੁਲ ਉਸ ਦੇ ਵਿਰੋਧ 'ਚ ਆ। ਕਿਹੜੇ ਜੱਜ ਸਾਹਿਬਾਨ ਆ ਉਹ? ਇੱਕ ਬਿਫੋਰ ਐਮ ਜਗਨੰਦਾ ਰਾਓ ਔਰ ਇੱਕ ਹੈ AP ਮਿਸ਼ਰਾ। ਸਨ 2000 ਦੀ ਇਹਨਾਂ ਦੀ ਇਹ ਜਜਮੈਂਟ ਹੈਗੀ ਹੈ ਔਰ ਉਹ ਕੀ ਗੱਲ ਹੈ, ਜਨਰਲੀ 99% ਜਿਹੜੇ ਆਪਣੇ ਸਿੱਖ ਸਾਹਿਬਾਨ ਵੀ ਆ, ਸਿੱਖ ਵਿਚਾਰਵਾਨ ਵੀ ਆ, ਸਿੱਖ ਪ੍ਰਚਾਰਕ ਵੀ ਆ, ਸਿੱਖ ਚਿੰਤਕ ਵੀ ਆ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਆ ਵੀ ਇਹ ਇੱਕ ਸਕ੍ਰਿਪਚਰ ਆ, ਇੱਕ ਧਾਰਮਿਕ ਗ੍ਰੰਥ ਹੈ ਜਿਹੜਾ ਕਿ ਬਿਲਕੁਲ ਨਹੀਂ ਹੈ। ਇਹ ਵੱਖਰੀ ਇਸ ਦੀ ਇੱਕ ਪਰਿਭਾਸ਼ਾ ਹੈ, ਧਾਰਮਿਕ ਗ੍ਰੰਥ ਦੇ ਨਾਲੋਂ ਵੱਖਰੀ ਇਸ ਦੀ ਪਰਿਭਾਸ਼ਾ, ਇਸ ਦਾ ਸਟੇਟਸ, ਇਸ ਦੀ ਪੋਜੀਸ਼ਨ, ਇਸ ਦਾ ਜੋ ਲੈਵਲ ਹੈ ਉਹ ਬਿਲਕੁਲ ਡਿਫਰੈਂਟ ਹੈ। ਕਿਸ ਤਰ੍ਹਾਂ ਹੈ? ਪਹਿਲਾਂ ਤਾਂ ਮੈਂ ਡਿਫਾਈਨ ਕਰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸਕ੍ਰਿਪਚਰ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਗੁਰੂ ਆ ਸਿੱਖਾਂ ਦਾ, ਸ਼ਬਦ ਗੁਰੂ, ਜਿਸ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਬਾਰ-ਬਾਰ ਕਰਦੇ ਰਹੇ। ਇਹ ਸ਼ਬਦ ਗੁਰੂ ਆ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਸਕ੍ਰਿਪਚਰ ਹੁੰਦੀ ਹੈ ਉਹ ਕੀ ਹੁੰਦੀ ਹੈ, ਪਹਿਲਾਂ ਆਪਾਂ ਉਸ ਨੂੰ ਸਮਝ ਲਈਏ ਬੜੀ ਸ਼ਾਂਤੀ ਦੇ ਨਾਲ, ਬੜੇ ਸੰਤੋਖ ਦੇ ਨਾਲ। ਜਿਹੜੀ ਸਕ੍ਰਿਪਚਰ ਹੈ ਉਹ ਰੱਬ ਦਾ ਰਸਤਾ ਦੱਸਦੀ ਹੈ। ਉਸ ਦਾ ਸਟੇਟਸ ਤੇ ਪੋਜੀਸ਼ਨ ਜਿਹੜੀ ਹੁੰਦੀ ਆ ਉਹ ਪ੍ਰੋਫਿਟ ਤੋਂ ਨੀਚੇ ਹੁੰਦੀ ਹੈ। ਸਕ੍ਰਿਪਚਰ ਜਿਹੜੀ ਹੈ ਉਹ ਪ੍ਰੋਫਿਟ ਤੋਂ ਨੀਚੇ ਹੁੰਦੀ ਹੈ। ਮੈਂ ਇੱਥੇ ਇੱਕ ਗੱਲ ਬਹੁਤ ਅਹਿਮ ਸਟੇਟਮੈਂਟ ਦੇਣ ਜਾ ਰਿਹਾ ਜਿਸ ਨੂੰ ਮੈਂ ਬਹੁਤ ਵਿਚਾਰਿਆ ਹੋਇਆ, ਜਿਸ ਨੂੰ ਮੈਂ ਬਹੁਤ ਸੋਚਿਆ ਹੋਇਆ ਕਿ ਦੁਨੀਆ ਦੇ ਸਾਰੇ ਜਿਤਨੇ ਵੀ ਧਾਰਮਿਕ ਗ੍ਰੰਥ ਆ, ਚਾਹੇ ਹਿੰਦੂਆਂ ਦਾ, ਚਾਹੇ ਮੁਸਲਮਾਨਾਂ ਦਾ, ਚਾਹੇ ਈਸਾਈਆਂ ਦਾ, ਚਾਹੇ ਜੈਨੀਆਂ ਦਾ, ਚਾਹੇ ਬੋਧੀਆਂ ਦਾ, ਚਾਹੇ ਜਿਊਜ਼ ਦਾ ਜਾਂ ਕਿਸੇ ਹੋਰ ਰਿਲੀਜਨ ਦਾ, ਦੇ ਆਰ ਸਕ੍ਰਿਪਚਰਸ। ਉਹਨਾਂ ਸਾਰੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਸਟੇਟਸ ਤੇ ਪੋਜੀਸ਼ਨ ਹੈ ਉਹ ਉਹਨਾਂ ਦੇ ਪ੍ਰੋਫਿਟਸ ਤੋਂ ਬਿਲਕੁਲ ਨੀਚੇ ਹੈ। ਦੇ ਆਰ ਸਬੋਰਡੀਨੇਟ ਟੂ ਦੇਅਰ ਪ੍ਰੋਫਿਟ। ਜਿੰਨੀਆਂ ਵੀ ਇਹ ਸਾਰੀਆਂ ਧਾਰਮਿਕ ਗ੍ਰੰਥ ਆ ਉਹ ਉਹਨਾਂ ਦੇ
जिस तरह प्रॉफिट मुहम्मद साहब है, ਜਿਹੜਾ कुरान है उस दी स्टेटस ते पोजीशन प्रॉफिट मुहम्मद साहब तो नीचे है, पर साडे गुरु ने एक बहुत ही स्पिरिचुअल वर्ड दे विच एक नवीं लीहां पाईयां, एक विलखण लीहां पाईयां, एक यूनीक गल कीती आ जिहड़ी आम प्रचलित गल नहीं सी स्पिरिचुअलिटी दे फील्ड दे विच। उन्होंने कहा भी शब्द ही गुरु है, और इसे करके श्री गुरु ग्रंथ साहब की जो स्थापना की गई, जो श्री गुरु ग्रंथ साहब की कंपाइलेशन की गई गुरु अर्जन देव महाराज ने कराई, तो उस दे विच की है, उस दे विच एक वाक आउंदा जिस दे विच की है, पोथी परमेश्वर का थान। बड़ा स्पष्ट, बड़ा क्लीयर, अनएम्बिगुअस, जिस दे उत्ते कोई डिबेट हो ही नहीं सकती भी जिहड़ी ये पोथी है ये परमेश्वर की जगह है। हुण देखो महाराज ने एक गल तो कह दी, एक गल श्री गुरु ग्रंथ साहब दे विच पा दी, लेकिन उन्होंने फिर इस गल नूं डेमोनस्ट्रेट करके दिखाया कि सिख मेरे सारी दुनिया च वसदे समझ लैण कि एक पोथी का की स्टेटस ते की पोजीशन ते की है, इसकी सारी परिभाषा की है। तो महाराज जो पोथी नूं लैके आउंदे आ दरबार साहब दे विच, जिस जगह दे उत्ते महाराज आप बैठ के मंजी दे उत्ते बिराजमान हो के सिखां नूं सुशोभित होया करदे सी, उन्हां नूं विख्यान दिया करदे सी, उन्हां नूं प्रचार करया करदे सी सिੱਖੀ दा, सिख सिद्धांतां दा। तो उस दिन पहली वेर महाराज इस पोथी नूं बिराजमान कर दिंदे आ मंजी दे उत्ते, और जिहड़े ग्रंथी साहबान आ बाबा बुढ़ा जी वो उत्ते बैठ जाते हैं, और गुरु अर्जन देव महाराज जिहड़े प्रॉफिट है साडे उस वेले दे गुरु आ साडे, वो आप फर्श ते सिखां दे नाल बैठ जाते। ये एक ऐसी इवेंट है जिहड़ी कि दुनिया दे स्पिरिचुअल इतिहास दे विच बिल्कुल विलखण है, यूनीक है, डिफरेंट है। जे तुसी यही गल कहो मतलब इस्लाम दे विच वो गल नहीं है। इस्लाम दे विच जिहड़ी प्रॉफिट दा स्टेटस है वो मच हायर दैन द स्क्रिप्चर। इसे तरीके नाल बाइबल दे विच जिहड़ा बाइबल दा स्टेटस आ, बाइबल दी जिहड़ी पोजीशन है वो सबऑर्डिनेट है टू द क्राइस्ट, टू क्राइस्ट हू इज़ द प्रॉफिट। तो इस तरीके दूसरे सारे धर्मां की मैं डिटेल च नहीं जाना चाहता, क्योंकि अपने को टाइम बड़ा लिमिटेड है इस गल नूं समझण दा। हुण देखो होर मैं तुहानूं इसकी विलखण एक क्वालिटी दस्सण लग्या जिहड़ी किसी भी होर धार्मिक ग्रंथ की नहीं। किस तरीके नाल इसकी विलखण पोजीशन है। जिन्ने भी दूसरे धार्मिक ग्रंथ लिखे गए, चाहे हिंदुआं दा, मुसलमानां दा, जैनियां दा, बौद्धियां दा, इस्लाम दा, क्रिश्चैनिटी दा, वो ओरल ट्रैडिशन ते लिखे गए। ओरल ट्रैडिशन की हुंदी आ, एक बंदे ने कोई गल कही, दूसरे ने उसनूं पास ऑन करती अपनी अगली जनरेशन च, तीसरे ने पास कर दी अगली जनरेशन दे विच, अगले ने पास कर दी उस तो अगली। इस तरीके दे नाल वो बहुत प्रॉफिट दे इस दुनिया विचों चले जाण तो बाद कंपाइल होए। पहला एक धार्मिक ग्रंथ है, पहली एक ऐसी शख्सियत है, पहली एक ऐसी परसनैलिटी है जिहड़ी गुरु की मौजूदगी दे विच ओरल ट्रैडिशन ते नहीं लिखी गई, रिटन ट्रैडिशन ते लिखी गई। रिटन लिखाई गई है और पोथियां गुरु नानक तो पास ऑन कीतियां, और उस उन्होंने सारिਆਂ ਨੂੰ विच कंपाइल करके उस तो बाद होर गुरु ने जिन्ने भी उस वेले दे बड़े महात्मा लोग सी जिहड़े स्पिरिचुअलिटी दे विच बड़ी वड्डी स्थान रखते सी, उन्हां दी जिस तरह गुरु ने मुनासिब समझे वो सारियां दी कंट्रीब्यूशन गुरु साहबान दी, भगतां दी, भट्टां दी सारी उस दे विच पाई हुई है। तो ये एक विलखण चीज़ है। हुण देखो उस तो अलावा एक ही गल गुरु ने की, गुरु ने अपनी जिहड़ी पोथी है
ਉਸ ਨੂੰ ਪ੍ਰਚਲਿਤ ਕਰਨ ਦੇ ਲਈ ਇੱਕ ਸਕ੍ਰਿਪਟ ਲਿਖੀ, ਇੱਕ ਸਕ੍ਰਿਪਟ ਬਣਾਈ, ਸੌਰੀ ਲਿਖੀ ਨਹੀਂ ਬਣਾਈ। ਕਿਸ ਤਰੀਕੇ ਦੇ ਨਾਲ ਉਹ ਸਕ੍ਰਿਪਟ ਬਣਾਈ ਕਿ ਜਿਹੜੀ ਸਾਡੀ ਗੁਰਮੁਖੀ ਸਕ੍ਰਿਪਟ ਹੈ, ਪੰਜਾਬੀ ਭਾਸ਼ਾ ਨਹੀਂ, ਮਾफ़ ਕਰਨਾ, ਬਹੁਤ ਸਾਰੇ ਲੋਕ ਸਕ੍ਰਿਪਟ ਨੂੰ ਕਨਫਿਊਜ਼ ਕਰ ਲੈਂਦੇ ਆ ਦੂਸਰਾ ਉਹਦੇ ਨਾਲ, ਲੈਂਗੁਏਜ ਦੇ ਨਾਲ। ਲੈਂਗੁਏਜ ਦਾ ਕੋਈ ਇਸ ਕਿਸਮ ਦਾ ਮਤਲਬ ਕਨਫਾਈਨਡ ਕਿਸੇ ਮਤਲਬ ਯਾਨੀ ਟਾਈਮ ਬਾਉਂਡ ਨਹੀਂ ਹੁੰਦਾ। ਜਿਹੜੀ ਪੰਜਾਬੀ ਲੈਂਗੁਏਜ ਆ, ਪੰਜਾਬੀ ਜਿਹੜੀ ਬੋਲੀ ਆ, ਜਿਹੜੀ ਪੰਜਾਬੀ ਭਾਸ਼ਾ ਹੈ, ਉਹਦਾ ਹਜ਼ਾਰਾਂ ਸਾਲ ਦਾ ਇਤਿਹਾਸ ਹੈ। ਕਈ ਵਿਦਵਾਨ ਲਿੰਗੁਇਸਟ ਜਿਹੜੇ ਹੈਗੇ ਆ ਉਹ ਇਹ ਸਮਝਦੇ ਆ ਵੀ ਜਿਹੜੀ ਸੰਸਕ੍ਰਿਤ ਤੋਂ ਵੀ ਪੁਰਾਣੀ ਪੰਜਾਬੀ ਭਾਸ਼ਾ ਹੈ, ਪੰਜਾਬੀ ਲੈਂਗੁਏਜ। ਇਸੇ ਤਰੀਕੇ ਨਾਲ ਬਾਬਾ ਫਰੀਦ ਜਿਹੜੇ ਗੁਰੂ ਨਾਨਕ ਮਹਾਰਾਜ ਤੋਂ ਬਹੁਤ ਦੇਰ ਪਹਿਲਾਂ ਆਏ ਆ, ਉਹਨਾਂ ਦੀ ਜਿਹੜੀ ਭਾਸ਼ਾ ਬਹੁਤ ਮਿੱਠੀ ਆ, ਪੰਜਾਬੀ ਬਹੁਤ ਮਿੱਠੀ ਆ, ਇਸੇ ਕਰਕੇ ਸ਼ਕਰਗੰਜ ਕਹਿੰਦੇ ਸੀ ਨਾ ਉਹਨਾਂ ਨੂੰ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ, ਤੇ ਭਾਸ਼ਾ ਐਗਜ਼ਿਸਟ ਕਰ ਰਹੀ ਹੈ, ਲੈਂਗੁਏਜ ਐਗਜ਼ਿਸਟ ਕਰ ਰਹੀ ਹੈ, ਲੇਕਿਨ ਸਕ੍ਰਿਪਟ ਨਵੀਂ ਬਣਾਈ। ਸਕ੍ਰਿਪਟ ਨਵੀਂ ਬਣਾਉਣ ਦੇ ਨਾਲ ਲਿਪੀ, ਜਿਸ ਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਆ, ਜਿਸ ਨੂੰ ਤੁਸੀਂ ਊੜਾ ਆੜਾ ਕਹਿ ਦਿੰਦੇ ਹੋ, ਉਹ ਗੁਰੂਆਂ ਨੇ ਆਪ ਬਣਾਈ ਆ। ਉਸ ਦਾ ਕੋਈ ਪਿਛੋਕੜ ਨਹੀਂ, ਉਸ ਦਾ ਪਿਛਲਾ ਕੋਈ ਇਤਿਹਾਸ ਸਾਡੇ ਕੋਲ ਅਵੇਲੇਬਲ ਨਹੀਂ ਹੈ। ਤੋ ਹਿਊਮਨ ਫਾਰਮ ਦੇ ਵਿੱਚ ਇੱਥੇ ਇੱਕ ਗੱਲ ਕਰਨੀ ਬੜੀ ਇੰਪੋਰਟੈਂਟ ਹੈ ਕਿ ਗੁਰੂ ਦੀ ਕਿਤਨੀ ਵਿਦਵਤਾ, ਗੁਰੂ ਦੀ ਕਿੰਨੀ ਡੈਪਥ, ਗੁਰੂ ਦੀ ਕਿੰਨੀ ਅੰਡਰਸਟੈਂਡਿੰਗ, ਗੁਰੂ ਦੇ ਕੋਲ ਕਿਤਨੀ ਜ਼ਿਆਦਾ ਮਤਲਬ ਇਤਿਹਾਸਿਕ ਨੌਲੇਜ ਸੀ ਜਿਹੜੀ ਆਮ ਬੰਦਾ ਸਮਝ ਨਹੀਂ ਸਕਦਾ। ਕਿਤਨਾ ਗਿਆਨ ਸੀ। ਮਹਾਰਾਜ ਨੇ ਇਹ ਗੱਲ ਸਮਝੀ, ਜੇ ਸਕ੍ਰਿਪਟ ਨਾ ਆਪਣੀ ਬਣਾਈ, ਲਿਪੀ ਨਾ ਬਣਾਈ, ਤਾਂ ਬਹੁਤ ਜ਼ਿਆਦਾ ਖਤਰਾ। ਦੋ ਲਿਪੀਆਂ ਜਿਹੜੀਆਂ ਆਲਰੇਡੀ ਐਗਜ਼ਿਸਟ ਕਰ ਰਹੀਆਂ ਜਦੋਂ ਮਹਾਰਾਜ ਇਸ ਵਿੱਚ ਰਹੇ ਇਸ ਦੁਨੀਆ ਦੇ ਵਿੱਚ। ਕਿਹੜੀ ਲਿਪੀ? ਅਰੇਬਿਕ ਲਿਪੀ ਆ, ਅਲਫਬੇ ਜੋ ਉਰਦੂ ਜਿਸ ਦੇ ਵਿੱਚ ਲਿਖਿਆ ਜਾਂਦਾ, ਪਰਸ਼ੀਅਨ ਲਿਖੀ ਜਾਂਦੀ ਹੈ। ਇਸੇ ਤਰੀਕੇ ਨਾਲ ਦੇਵਨਾਗਰੀ ਸਕ੍ਰਿਪਟ, ਜਿਸ ਦੇ ਵਿੱਚ ਸੰਸਕ੍ਰਿਤ ਲਿਖੀ ਗਈ, ਜਿਸ ਦੇ ਵਿੱਚ ਹਿੰਦੀ ਲਿਖੀ ਜਾਂਦੀ ਹੈ, ਹੋਰ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ, ਡੋਗਰੀ ਲਿਖੀ ਜਾਂਦੀ ਹੈ, ਹਰਿਆਣਵੀ ਲਿਖੀ ਜਾਂਦੀ ਹੈ, ਮੈਥਲੀ ਲਿਖੀ ਜਾਂਦੀ, ਕਿਤਨੀਆਂ ਭਾਸ਼ਾ ਲਿਖੀਆਂ ਜਾਂਦੀਆਂ ਉਸ ਲਿਪੀ ਦੇ ਵਿੱਚ, ਦੇਵਨਾਗਰੀ ਲਿਪੀ ਦੇ ਵਿੱਚ। ਪਰ ਮਹਾਰਾਜ ਨੇ ਕਿਹਾ ਨਹੀਂ, ਦੇਵਨਾਗਰੀ ਦੇ ਵਿੱਚ ਜੇ ਮੈਂ ਆਪਣਾ ਗ੍ਰੰਥ ਲਿਖਾਂਗਾ ਤਾਂ ਕਿਸੇ ਮੌਕੇ ਇਸ ਗੱਲ ਦਾ ਬਹੁਤ ਭਿਆਨਕ ਖਤਰਾ ਹੈ ਕਿ ਮੇਰੀ ਜ਼ਬਾਨ ਨੂੰ ਵੀ ਜਿਹੜੀ ਲਿਪੀ ਆ ਉਹ ਖਾ ਜਾਏਗੀ। ਜਿਸ ਤਰੀਕੇ ਨਾਲ ਉਸ ਆਹ ਜਿਹੜੀਆਂ ਜ਼ਬਾਨਾਂ ਦਾ ਕੁਛ ਦਾ ਮੈਂ ਰੈਫਰੈਂਸ ਦਿੱਤਾ, ਕੁਛ ਹੋਰ ਵੀ ਬਹੁਤ, ਜਿਨ੍ਹਾਂ ਜ਼ਬਾਨਾਂ ਨੂੰ ਜਿਹੜੀ ਲਿਪੀ ਆ ਦੇਵਨਾਗਰੀ ਲਿਪੀ ਉਹ ਖਾ ਗਈ ਹੈ, ਕੰਜ਼ਿਊਮ ਕਰ ਗਈ ਆ, ਉਹਨਾਂ ਦੀ ਆਇਡੈਂਟੀਟੀ ਖਤਮ ਹੋ ਗਈ ਹੈ। ਤੋ ਮੇਰਾ ਕਹਿਣ ਦਾ ਮਤਲਬ ਹੈ, ਜੇ ਸਾਡੀ ਅੱਜ ਜਿਹੜੀ ਪਿਓਰਿਟੀ ਜੇ ਐਗਜ਼ਿਸਟ ਕਰਦੀ ਹੈ ਤਾਂ ਲਿਪੀ ਦੇ ਆਧਾਰ 'ਤੇ ਕਰਦੀ ਹੈ। ਲਿਪੀ ਇੱਕ ਸਾਡੀ ਆਇਡੈਂਟੀਟੀ ਨੂੰ ਡਿਟਰਮਿਨ ਕਰਦੀ ਹੈ, ਜਿਹੜਾ ਬਹੁਤ ਇੰਪੋਰਟੈਂਟ ਮੀਲ ਪੱਥਰ ਹੈ, ਔਰ ਜਿਸ ਦੀ ਵਿਜ਼ਡਮ, ਜਿਸ ਦੀ ਨੌਲੇਜ, ਜਿਸ ਦੀ ਅੰਡਰਸਟੈਂਡਿੰਗ ਗੁਰੂ ਨੂੰ ਹੀ ਹੋ ਸਕਦੀ ਹੈ, ਆਮ ਬੰਦੇ ਨੂੰ ਤਾਂ ਨਹੀਂ ਹੋ ਸਕਦੀ। ਮੈਂ ਇੱਥੇ ਇੱਕ ਹੋਰ ਬੜੀ ਬਹੁਤ ਇੰਪੋਰਟੈਂਟ ਸਟੇਟਮੈਂਟ ਦੇਣ ਲੱਗਿਆ ਰਿਗਾਰਡਿੰਗ ਗੁਰਮੁਖੀ ਲਿਪੀ ਜਿਹੜੀ ਹੈਗੀ। ਉਹ ਕੀ ਹੈ? ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕੋ ਲਿਪੀ ਹੈ ਜਿਹੜੀ ਕਿਸੇ ਹਿਊਮਨ ਫਾਰਮ 'ਚ ਕਿਸੇ ਬੰਦੇ ਨੇ ਲਿਖੀ ਹੋਵੇ, ਕਿਸੇ ਹਿਊਮਨ ਫਾਰਮ ਦੇ ਵਿੱਚ ਕੋਈ ਐਗਜ਼ਿਸਟ ਕਰਦਾ ਹੋਵੇ, ਪ੍ਰੋਫਿਟ ਹੋਵੇ, ਕੋਈ ਗੁਰੂ ਹੋਵੇ, ਕੋਈ ਵਿਦਵਾਨ ਹੋਵੇ, ਉਹ ਸਿਰਫ ਗੁਰਮੁਖੀ ਹੈ। ਇੰਗਲਿਸ਼ ਜ਼ਬਾਨ ਦੀ ਜਿਹੜੀ ਲਿਪੀ ਹੈ ਰੋਮਨ, ਉਹ ਇੰਗਲਿਸ਼ ਜ਼ਬਾਨ ਦੀ ਨਹੀਂ ਹੈ, ਲਿਪੀ ਰੋਮਨ ਹੈ, ਜ਼ਬਾਨ ਇੰਗਲਿਸ਼ ਹੈ, ਮਾफ़ ਕਰਨਾ। ਇਸੇ ਤਰੀਕੇ ਦੇ ਨਾਲ ਦੇਵਨਾਗਰੀ ਸਕ੍ਰਿਪਟ ਹੈ, ਲਿਪੀ ਹੈ, ਉਸ ਦੇ ਵਿੱਚ ਬਹੁਤ ਸਾਰੀਆਂ ਜ਼ਬਾਨਾਂ ਜਿਹੜੀਆਂ ਕੰਜ਼ਿਊਮ ਹੋ ਗਈਆਂ, ਖਤਮ ਹੋ ਗਈ ਉਹਨਾਂ ਦੀ ਆਇਡੈਂਟੀਟੀ। ਤਾਂ ਮਹਾਰਾਜ ਕੀ ਦੇਖ ਰਹੇ ਆ? ਮਹਾਰਾਜ ਦੀ ਜਿਹੜੀ ਫਾਰ ਸਾਈਟਡਨੈਸ ਆ ਉਹ ਯੂਨੀਕ ਆ ਦੁਨੀਆ ਦੇ ਇਤਿਹਾਸ ਦੇ ਵਿੱਚ। ਤਾਂ ਮਹਾਰਾਜ ਦੇਖ ਰਹੇ ਆ, ਜੇ ਮੈਂ ਇਸ ਨੂੰ ਆਪਣੀ ਲਿਪੀ ਦੇ ਵਿੱਚ ਨਹੀਂ ਲਿਖਾਂਗਾ ਤਾਂ ਇਹ ਕੰਜ਼ਿਊਮ ਹੋ ਜਾਏਗੀ ਦੂਸਰੀਆਂ ਲਿਪੀਆਂ ਦੇ ਵਿੱਚ, ਇਸ ਦੀ ਆਇਡੈਂਟੀਟੀ ਖਤਮ ਹੋ ਜਾਏਗੀ। ਤਾਂ ਦੋ ਚੀਜ਼ਾਂ ਬਹੁਤ ਅਹਿਮ ਮੈਂ ਤੁਹਾਨੂੰ ਦੱਸ ਚੁੱਕੇ ਹਾਂ। ਕਿਹੜੀਆਂ ਦੋ ਚੀਜ਼ਾਂ ਮੈਂ ਤੁਹਾਨੂੰ ਅਹਿਮ ਦੱਸ ਚੁੱਕੇ ਹਾਂ?
ਇੱਕ ਚੀਜ਼ ਹੈ ਕਿ ਜਿਹੜਾ ਇਹ ਗ੍ਰੰਥ ਹੈ ਇਹ ਮਤਲਬ ਸਕ੍ਰਿਪਚਰ ਨਹੀਂ ਹੈ, ਇਹ ਲਿਵਿੰਗ ਕਾਰਪੋਰੇਟ ਗੁਰੂ ਆ, ਜ਼ਿੰਦਾ ਜਾਗਦਾ ਸਾਖਸ਼ਾਤ ਗੁਰੂ ਆ ਸਿੱਖਾਂ ਦਾ। ਔਰ ਉਸੇ ਤਰੀਕੇ ਦੇ ਨਾਲ ਜਿਹੜੀ ਇਹਦੀ ਆਪਣੀ ਲਿਪੀ ਆ ਉਹ ਵੀ ਵਿਲੱਖਣ ਆ ਦੁਨੀਆ ਦੇ ਵਿੱਚ। ਅੱਜ ਜੇ ਸਾਡੀ ਪੰਜਾਬੀ ਜ਼ਬਾਨ ਜ਼ਿੰਦਾ ਹੈ, ਉਸ ਦੇ ਵਿੱਚ ਜਿਹੜੀ ਲਿਪੀ ਆ ਇੱਕ ਬਹੁਤ ਵੱਡਾ ਮੀਲ ਪੱਥਰ ਆ ਜਿਹੜੀ ਗੁਰੂਆਂ ਨੇ ਬਣਾਈ ਹੈ। ਤੋ ਮੇਰਾ ਕਹਿਣ ਦਾ ਮਤਲਬ ਇਹ ਹੈ, ਗੁਰੂ ਦੀ ਨੌਲੇਜ, ਗੁਰੂ ਦੀ ਅੰਡਰਸਟੈਂਡਿੰਗ, ਗੁਰੂ ਦੀ ਡੈਪਥ, ਗੁਰੂ ਦੀ ਫਾਰਸਾਈਟਡਨੈਸ ਦੇ ਉੱਤੇ ਹਿਊਮਨ ਮੇਰੇ ਵਰਗੇ ਆਦਮੀ ਦਾ ਤਾਂ ਕੁਝ ਵੀ ਨਹੀਂ ਹੈ। ਮੈਂ ਤਾਂ ਉਹਨਾਂ ਦੇ ਪੈਰਾਂ ਦੀ ਮੈਲ ਦੇ ਬਰਾਬਰ ਵੀ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਹੈ, ਇਸੇ ਤਰੀਕੇ ਦੇ ਨਾਲ ਮੈਂ ਇੱਥੇ ਇੱਕ ਗੱਲ ਕਹਿਣ ਜਾ ਰਿਹਾ। ਗੱਲ ਭਾਵੇਂ ਥੋੜ੍ਹੀ ਜਿਹੀ ਲੰਬੀ ਹੋ ਜੇ, ਪਰ ਗੱਲ ਉਹ ਬੜੀ ਇੰਪੋਰਟੈਂਟ ਹੈ। ਗੱਲ ਕੀ ਇੰਪੋਰਟੈਂਟ ਆ? ਮਿਸਟਰ ਭਾਸ਼ਣ ਹੁੰਦੇ ਸੀ, ਬਹੁਤ ਬੜੇ ਵਿਦਵਾਨ ਸੀ ਉਹ, ਲੰਡਨ ਓਰੀਐਂਟਲ ਸਕੂਲ ਦੇ ਡਾਇਰੈਕਟਰ ਸੀ। ਉਹਨਾਂ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਮੈਂ ਹੈਰਾਨ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖ ਗੁਰੂਆਂ ਨੇ ਲਿਪੀ ਬਣਾ ਦਿੱਤੀ, ਲਿਪੀ ਘੜ ਦਿੱਤੀ। ਤੋ ਲਿਪੀ ਸਿਰਫ ਤੇ ਸਿਰਫ ਕਿਸੇ ਨੂੰ ਨਹੀਂ ਪਤਾ ਵੀ ਰੋਮਨ ਜਿਹੜੀ ਲਿਪੀ ਆ ਉਸ ਦਾ ਕੌਣ ਆਥਰ। ਕਿਸੇ ਨੂੰ ਨਹੀਂ ਪਤਾ ਦੁਨੀਆ ਦੇ ਵਿੱਚ ਕਿ ਦੇਵਨਾਗਰੀ ਦਾ ਜਿਹੜੀ ਸਕ੍ਰਿਪਟ ਆ, ਜਿਸ ਦੇ ਵਿੱਚ ਹਿੰਦੀ ਜਾਂ ਦੂਸਰੀਆਂ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ, ਉਸ ਦਾ ਆਥਰ ਕੌਣ ਆ। ਕਿਸੇ ਨੂੰ ਨਹੀਂ ਪਤਾ ਕਿ ਅਰੇਬਿਕ ਲਿਪੀ ਦਾ ਆਥਰ ਕੌਣ ਹੈ। ਪਰ ਬੜੀ ਖੁਸ਼ਕਿਸਮਤੀ ਆ ਸਿੱਖਾਂ ਦੀ, ਸਿੱਖ ਕੌਮ ਦੀ ਬੜੀ ਮਤਲਬ ਖੁਸ਼ਕਿਸਮਤੀ ਆ। ਸਿੱਖਾਂ ਨੂੰ ਬੜਾ ਪ੍ਰਾਈਡ ਹੋਣਾ ਚਾਹੀਦਾ ਕਿ ਸਾਡਾ ਗੁਰੂ ਵਿਲੱਖਣ ਸੀ, ਸਾਡਾ ਗੁਰੂ ਯੂਨੀਕ ਸੀ, ਸਾਡਾ ਗੁਰੂ ਗ੍ਰੇਟ ਸੀ, ਜਿਹਦੀ ਗ੍ਰੈਂਜਰ ਤੱਕ ਪਹੁੰਚਣਾ ਬਹੁਤ ਔਖਾ, ਹਿਊਮਨ ਮਾਈਂਡ ਨਹੀਂ ਪਹੁੰਚ ਸਕਦਾ। ਤੋ ਦੇਖੋ, ਦੋ ਚੀਜ਼ਾਂ ਕੀਤੀਆਂ, ਲਿਪੀ ਬਣਾਈ ਔਰ ਫਿਰ ਉਸ ਤੋਂ ਬਾਅਦ ਜਿਹੜੀ ਰਿਟਨ ਸਕ੍ਰਿਪਟ 'ਚ ਲਿਖੀ, ਜਿਹੜੀ ਓਰਲ ਟ੍ਰੈਡੀਸ਼ਨ ਹੈ ਉਸ ਦੇ ਵਿੱਚ ਤਾਂ ਜੇ ਆਪਾਂ ਕਹੀਏ 600-700 ਸਾਲ ਤੋਂ ਬਾਅਦ ਜਿਹੜੀ ਬਾਈਬਲ ਆ ਉਹ ਲਿਖੀ ਗਈ। ਬਾਈਬਲ ਦੋ ਵਰਸ਼ਨ 'ਚ ਮਿਲਦੀ ਆ, ਓਲਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ। ਔਰ ਉਸ ਤੋਂ ਬਾਅਦ ਜਿਹੜੇ ਅਪੋਸਲਸ ਆ ਉਹਨਾਂ ਨੇ ਲਿਖੀ ਆ ਬਾਈਬਲ, ਉਹਦੀ ਕੋਈ ਓਰੀਜਨੈਲਿਟੀ ਨਹੀਂ। ਮੈਂ ਕਿਸੇ ਨੂੰ ਬਲਿਟਲ ਨਹੀਂ ਕਰ ਰਿਹਾ, ਮੈਂ ਕਿਸੇ ਦੇ ਅਗੇਂਸਟ ਨਹੀਂ ਬੋਲ ਰਿਹਾ, ਪਰ ਮੈਂ ਇਤਿਹਾਸਿਕ ਜਿਹੜੇ ਤੱਤ ਹੈ ਉਹਨਾਂ ਨੂੰ ਆਪ ਜੀ ਦੇ ਅੱਗੇ ਰੱਖਣਾ ਚਾਹੁੰਦਾ ਕਿ ਸਾਡੇ ਕੋਲ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਕਰਤਾਰਪੁਰੀ ਬੀੜ ਇਸ ਵੇਲੇ ਅਵੇਲੇਬਲ ਆ ਕਰਤਾਰਪੁਰ ਦੇ ਵਿੱਚ, ਤਾਂ ਉਹ ਓਰੀਜਨਲ ਬੀੜ ਹੈ ਜਿਹੜੀ ਲਿਖਾਈ ਗਈ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਨਿਗਰਾਨੀ ਦੇ ਵਿੱਚ। ਹੁਣ ਇੱਕ ਚੀਜ਼ ਤੁਹਾਡੇ ਲਿਪੀ ਦਿੱਤੀ ਤੁਹਾਨੂੰ ਨਵੀਂ, ਤੁਹਾਨੂੰ ਵਿਲੱਖਣ ਸਟੇਟਸ ਦਿੱਤਾ ਗ੍ਰੰਥ ਦਾ ਕਿ ਪੋਥੀ ਪਰਮੇਸ਼ਰ ਕਾ ਥਾਨ, ਜਿਸ ਨੂੰ ਪਹਿਲਾਂ ਪੋਥੀ ਕਿਹਾ ਜਾਂਦਾ ਸੀ। ਤੋ ਹੁਣ ਜਿੰਨੇ ਵੀ ਦੂਸਰੇ ਗ੍ਰੰਥ ਆ ਉਹਨਾਂ ਦਾ ਉਹ ਸਟੇਟਸ ਨਹੀਂ ਹੈ, ਉਹਨਾਂ ਦਾ ਇਹ ਪੋਜੀਸ਼ਨ ਨਹੀਂ ਹੈ। ਸਕ੍ਰਿਪਚਰ ਰਸਤਾ ਦੱਸਦੀ ਹੈ ਰੱਬ ਤੱਕ ਪਹੁੰਚਣ ਦਾ। ਕਿਸ ਤਰੀਕੇ ਨਾਲ ਰਸਤਾ ਦੱਸਦੀ ਆ? ਜਿਸ ਤਰ੍ਹਾਂ ਇੱਕ ਮੀਲ ਪੱਥਰ ਰਸਤਾ ਦੱਸਦਾ ਕਿਸੇ ਡੈਸਟੀਨੇਸ਼ਨ 'ਤੇ ਪਹੁੰਚਣ ਦਾ, ਐਗਜ਼ੈਕਟਲੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਹਿੰਦੂ ਸਕ੍ਰਿਪਚਰਸ ਆ ਉਹ ਦੱਸਦੀਆਂ ਵੀ ਆਹ ਰਿਚੁਅਲਸ ਕਰ ਲਓ, ਆਹ ਮੂਰਤੀਆਂ ਇਹਨਾਂ ਨੂੰ ਭੋਜਨ ਛਕਾ ਦਿਓ, ਬਸਤਰ ਪਹਿਨਾ ਦਿਓ, ਇਸ਼ਨਾਨ ਕਰਾ ਦਿਓ, ਦੁੱਧ ਪਿਲਾ ਦਿਓ। ਇਸੇ ਤਰੀਕੇ ਦੇ ਨਾਲ ਦੂਸਰੀਆਂ ਜਿਹੜੀਆਂ ਸਕ੍ਰਿਪਚਰਸ ਆ ਉਹ ਵੀ ਰਸਤਾ ਦੱਸਦੀਆਂ, ਬਾਈਬਲ ਵੀ ਰਸਤਾ ਦੱਸਦੀ ਹੈ, ਕੁਰਾਨ ਵੀ ਕੋਈ ਪ੍ਰੋਫਿਟ ਸਾਹਿਬ ਦੀ ਮੌਤ ਤੋਂ ਕਈ ਦਹਾਕੇ ਬਾਅਦ ਦੇ ਵਿੱਚ ਲਿਖੀ ਗਈ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਉਹ ਕਿਸ ਤਰ੍ਹਾਂ ਲਿਖੀ ਗਈ? ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਉਹ ਗਈ, ਦੂਸਰੀ ਜਨਰੇਸ਼ਨ ਤੋਂ ਤੀਸਰੀ ਤੋਂ ਚੌਥੀ, ਪੰਜਵੀਂ, ਛੇਵੀਂ, ਸੱਤਵੀਂ। ਤੋ ਮਤਲਬ ਉਸ ਦੇ ਵਿੱਚ ਮਿਲਾਵਟ ਹੁੰਦੀ ਗਈ, ਉਸ ਦੇ ਵਿੱਚ ਤਬਦੀਲੀਆਂ ਹੁੰਦੀਆਂ ਗਈਆਂ, ਉਸ ਦੇ ਵਿੱਚ ਚੇਂਜਿਸ ਆਉਂਦੀਆਂ ਗਈਆਂ। ਜਿਸ ਤਰੀਕੇ ਦੇ ਨਾਲ ਕੁਰਾਨ ਦੇ ਬਾਰੇ ਕਿਹਾ ਜਾਂਦਾ ਕਿ ਕੋਈ ਆਦਮੀ ਤੋਂ ਪੁੱਛਿਆ ਵੀ ਤੂੰ ਦੱਸ ਵੀ ਆਹ ਜਿਹੜਾ ਵਰਸ ਆ ਇਹ ਕਿਵੇਂ ਆਇਆ, ਕਿਸ ਤਰ੍ਹਾਂ ਆਇਆ ਕੁਰਾਨ ਦੇ ਵਿੱਚ, ਤਾਂ ਉਹ ਜਦੋਂ ਲਿਖਣ ਲੱਗੇ, ਕੁਰਾਨ ਕੰਪਾਈਲ ਕਰਨ ਲੱਗੇ, ਤਾਂ ਉਹ ਆਦਮੀ ਆਪਣੇ ਘੋੜੇ ਨੂੰ ਖੁਰਾਕ ਕਰ ਰਿਹਾ ਸੀ ਔਰ ਜਿਹੜੀ ਖੁਰਾਕ ਆ ਉਸ ਵਿੱਚ ਮਿਲਾਵਟ ਕਰ ਦਿੱਤੀ ਉਸਨੇ। ਅਤੇ ਜਿਹੜੇ ਸਕਰਾਈਬਰ ਸੀ, ਲਿਖਣ ਵਾਲੇ ਜਿਹੜੇ ਸੀ, ਉਹਨਾਂ ਨੇ ਕਿਹਾ ਵੀ ਇਹ ਆਦਮੀ ਦੀ ਜਿਹੜੀ ਕਹੀ ਵੀ ਗੱਲ ਆ ਪ੍ਰੋਫਿਟ ਸਾਹਿਬ ਬਾਰੇ, ਪ੍ਰੋਫਿਟ ਸਾਹਿਬ ਦੀ ਕਹੀ ਵੀ ਗੱਲ ਸੱਚੀ ਨਹੀਂ ਹੋ ਸਕਦੀ, ਕਿ ਉਹ ਤਾਂ ਘੋੜੇ ਦੀ ਜਿਹੜੀ ਖੁਰਾਕ ਆ ਉਸ ਦੇ 'ਚ ਹੀ ਮਿਲਾਵਟ ਕਰ ਰਿਹਾ, ਅਤੇ ਸੱਚਾ ਕਿਵੇਂ ਹੋ ਸਕਦਾ?
तो इस किस्म के कंजैक्चर्स ला ला के बाइबल भी इस तरीके नाल लिखी गई, दूसरे पासे कुरान भी इस तरीके नाल, टोरा जिहड़ी ज्यूज़ दी आ 750 साल बाद लिखी गई, प्रॉफिट दी डिमाइस तो 750 साल बाद लिखी गई। तो जिहड़े हिंदुआं दे धार्मिक ग्रंथ आ उन्हां दे बारे तो हिंदुआं दी ये समझ आ, उन्हां दी ये सोच आ, उन्हां दा विचार आ कि जिहड़े वो सारे ग्रंथ आ वो लिखे देवी देवतिਆਂ ने, कोई ह्यूमन कलम तो वो आई नहीं। तो मेरा मतलब कहण दा ये आ, मैं किसी नूं कंडैम नहीं कर रहा, पर मैं स्थिति दसनी चाहुंदा। साडा धार्मिक ग्रंथ आ जिहड़ा वो जूरिस्टिक परसन है, उसका एक स्टेटस आ लिविंग गुरु का स्टेटस आ, वो जिउंदा जागदा साक्षात गुरु आ। हुण मैं उस जिहड़ी जजमेंट आई बड़ी प्रफाउंड, बड़ी बहुत ही खूबसूरत जजमेंट उन्होंने दो जज साहबान ने बड़ी गहराई तक जाके, बड़ी डेप्थ च जाके, बड़ी स्टडी करके उन्होंने कहा की कहा। ऑपरेटिंग पार्ट दे एक सेंटेंस मैं थोनों पढ़ के सुनाना चाहना ताकि तुसी इस गल की गहराई तक सीरियसली समझ लो की है। इट इज़ रिप्लेस्ड the guru after the 10th guru and is worshipped by the Sikhs as a living guru, as a living hyphen. It cannot be equated either with any other sacred book such as Gita, Bible, Quran or with an idol, जो बुत नूं कहते idol, Gurdwara and Guru Granth Sahib are not two separate juristic persons but one integrated whole, WHOLE। कैसी कमाल दी सेंटेंस दी स्ट्रक्चर है, किस तरीके दे नाल एक सेंटेंस दे विच ही श्री गुरु ग्रंथ साहब दी पोजीशन नूं एस्टैबलिश करन दी कोशिश कर रहे हैं जज साहबान। हुण एक की झगड़ा चलिया, मैं उहदे बारे तुहानूं दसना चाहुंदा। श्रोमणी गुरुद्वारा प्रबंधक कमेटी का एक डेरेदारां दे नाल झगड़ा चल पिया जिसका नाम सी सोमनाथ दास। वो एक डेरे का मालक सी। उस पिंड दे विच किसी बीबी ने जिहड़ी लवारस सी, उसते कोई बच्चा नहीं सी, उसने अपनी जिहड़ी ज़मीन सी वो डेरे दे विच गुरु ग्रंथ साहब रखिया हुआ सी, उसने गुरु ग्रंथ साहब नूं डोनेट कर दी भी मेरी जिहड़ी सारी जायदाद ज़मीन आ ओह गुरु ग्रंथ साहब दे नाम लग जाए, डेरे दे नाम नहीं, गुरु ग्रंथ साहब दे नाम लग जाए। पर कुछ देर बाद जिहड़ा डेरेदार सी उस दा अपना इन्फ्लुएंस, तुहानूं पता डेरियां दा बहुत इन्फ्लुएंस आ, तो उस डेरेदार ने उस ज़मीन नूं अपने कंट्रोल च कर लई, उस दा इंतकाल करा लिया, उसकी म्यूटेशन करा दी, उसकी रजिस्ट्री करा ली, तो उसकी मलकीयत उसने रख ली। इस गल दे विरोध दे विच श्रोमणी गुरुद्वारा प्रबंधक कमेटी ने केस किया, लोअर कोर्ट च केस किया भी ये तो श्री गुरु ग्रंथ साहब नूं दित्ती हुई जायदाद है, गुरु ग्रंथ साहब एक जिउंदा जागदा साक्षात गुरु आ साडा, तो उन्हां दे नाम ते रजिस्ट्री होनी चाहिए आ, उन्हां दे नाम ते ही गुरु ग्रंथ साहब दे नाम ते ही इंतकाल होना चाहिए। उस लोअर कोर्ट चो हार गई श्रोमणी गुरुद्वारा प्रबंधक कमेटी, अपील की जज सैशन जज साहबान दे, उत्थों भी हार गए, फिर आ गई अपील पंजाब हरियाणा हाई कोर्ट दे विच। मैं इत्थे दसना चाहुंदा खास तौर ते उत्ते सिख संगत नूं, पहला दो जजां दे कोल, दो जजां दे बेंच कोल गया, एक जस्टिस टिवाणा सीगे, एक इसे तरीके दे नाल दूजे जज साहिबान सी जस्टिस पुंछी ते जस्टिस टिवाणा दे बेंच कोल गया। तो जस्टिस पुंछी ने कहा भी जिहड़ा श्री गुरु ग्रंथ साहब का कोई जूरिस्टिक स्टेटस नहीं है। मैं इत्थे दसना चाहुंदा जूरिस्टिक स्टेटस हुंदा किसी लिविंग बीइंग दा, जिउंदे जागदे जिहड़े इंसान आ उन्हां दा जूरिस्टिक स्टेटस आ, उन्हां दे नाम दे उत्ते ज़मीनां दीयां प्रॉपर्टियां दीयां रजिस्ट्रियां हो सकदियां,
ਉਹਨਾਂ ਦੇ ਨਾਂ ਦੇ ਉੱਤੇ ਮਤਲਬ ਇੰਤਕਾਲ ਹੋ ਸਕਦੇ ਆ, ਉਹ ਮਾਲਕ ਬਣ ਸਕਦੇ ਆ। ਪਰ ਦੋਨਾਂ ਜੱਜਾਂ ਦਾ, ਇੱਕ ਹਿੰਦੂ ਜੱਜ, ਮੈਂ ਇੱਥੇ ਖਾਸ ਤੌਰ 'ਤੇ ਸਪਸ਼ਟ ਕਰਨਾ ਚਾਹੁੰਦਾ, ਇੱਕ ਹਿੰਦੂ ਜੱਜ ਆ, ਇੱਕ ਸਿੱਖ ਜੱਜ ਆ। ਜਿਹੜਾ ਜਸਟਿਸ ਟਿਵਾਣਾ ਉਹ ਇਹ ਜੱਜਮੈਂਟ ਦੇ ਰਹੇ ਆ ਵੀ ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹਦਾ ਜੁਰਿਸਟਿਕ ਸਟੇਟਸ ਹੈ, ਉਹਨਾਂ ਦੇ ਨਾਂ ਦੇ ਉੱਤੇ ਪ੍ਰਾਪਰਟੀ ਖਰੀਦੀ ਜਾ ਸਕਦੀ ਆ, ਉਹਨਾਂ ਦੇ ਨਾਂ 'ਤੇ ਪ੍ਰਾਪਰਟੀ ਦਾ ਇੰਤਕਾਲ ਹੋ ਸਕਦਾ। ਤੋ ਜਿਹੜਾ ਜਸਟਿਸ ਪੁੰਚੀ ਆ ਉਹ ਇਸ ਗੱਲ ਦੇ ਨਾਲ ਬਿਲਕੁਲ ਐਗਰੀ ਨਹੀਂ ਕਰਦਾ, ਇਸ ਨੂੰ ਅਪੋਜ਼ ਕਰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਜੁਰਿਸਟਿਕ ਸਟੇਟਸ ਨਹੀਂ, ਇਹਨਾਂ ਦੇ ਨਾਂ ਦੇ ਉੱਤੇ ਪ੍ਰਾਪਰਟੀ ਨਾ ਖਰੀਦੀ ਜਾ ਸਕਦੀ ਆ, ਨਾ ਇਹਨਾਂ ਦੇ ਨਾਂ 'ਤੇ ਇੰਤਕਾਲ ਹੋ ਸਕਦਾ। ਤਾਂ ਉਸ ਤੋਂ ਬਾਅਦ ਜਿਹੜਾ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਆ, ਉਹ ਰੈਫਰ ਕਰ ਦਿੰਦੇ ਆ ਜਸਟਿਸ ਤਵਾਤੀਆ ਨੂੰ। ਉਹ ਵੀ ਜਸਟਿਸ ਤਵਾਤੀਆ ਸਾਹਿਬ ਵੀ ਹਿੰਦੂ ਆ, ਜਸਟਿਸ ਪੁੰਚੀ ਸਾਹਿਬ ਵੀ ਹਿੰਦੂ ਆ। ਤਾਂ ਤੀਜੇ ਜੱਜ ਸਾਹਿਬਾਨ ਜਿਹੜੇ ਤਵਾਤੀਆ ਸਾਹਿਬ ਆ, ਉਹ ਜਦੋਂ ਜੱਜਮੈਂਟ ਦਿੰਦੇ ਆ, ਉਹ ਪੁੰਚੀ ਸਾਹਿਬ ਨਾਲ ਐਗਰੀ ਕਰਦੇ, ਜਸਟਿਸ ਪੁੰਚੀ ਨਾਲ। ਜਸਟਿਸ ਟਿਵਾਣਾ ਨਾਲ ਐਗਰੀ ਨਹੀਂ ਕਰਦੇ। ਉਹ ਕਹਿੰਦੇ ਆ ਵੀ ਜਿਹੜੀ ਜਸਟਿਸ ਪੁੰਚੀ ਦੀ ਪੋਜੀਸ਼ਨ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਜੁਰਿਸਟਿਕ ਸਟੇਟਸ ਨਹੀਂ ਹੈ। ਤਾਂ ਫਿਰ ਉਸ ਜਜਮੈਂਟ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਹੁਤ ਵੱਡੀ ਡਿਬੇਟ ਹੁੰਦੀ ਹੈ, ਬਹੁਤ ਅੱਛੇ ਲਾਇਰ ਆ ਜਿਹੜੇ ਉਹ ਮਤਲਬ ਅੰਗੇਜ ਕੀਤੇ ਜਾਂਦੇ ਆ ਦੋਨੇ ਪਾਸੇ। ਤੋ ਉਸ ਦੇ ਉੱਤੇ ਜਿਹੜੀ ਜਜਮੈਂਟ ਆਉਂਦੀ ਹੈ ਉਹ ਦਿੱਤੀ ਜਾਂਦੀ ਆ ਇਹਨਾਂ ਦੋ ਜੱਜ ਸਾਹਿਬਾਨ ਨੇ ਦਿੱਤੀ। ਇਹ ਦੋਨੇ ਜੱਜ ਸਾਹਿਬਾਨ ਨੌਨ ਸਿੱਖ ਆ ਔਰ ਉਹਨਾਂ ਨੇ ਇਹ ਗੱਲ ਕਲਿੰਚ ਕਰ ਦਿੱਤੀ, ਫਾਈਨਲ ਜਜਮੈਂਟ ਦੇ ਦਿੱਤੀ, ਜਿਸ ਦਾ ਕੁਝ ਮੈਂ ਇੱਕ ਦੋ ਸੈਂਟੈਂਸਸ ਤੁਹਾਨੂੰ ਪੜ੍ਹ ਕੇ ਸੁਣਾਏ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਜੁਰਿਸਟਿਕ ਪਰਸਨ ਹੈ ਔਰ ਉਸ ਦਾ ਆਪਣਾ ਇੱਕ ਸਟੇਟਸ ਹੈ। ਔਰ ਇਸੇ ਤਰੀਕੇ ਨਾਲ ਉਹ ਜਦੋਂ ਬਿਰਾਜਮਾਨ ਹੋ ਗਿਆ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਗੁਰਦੁਆਰੇ ਦਾ ਸਟੇਟਸ ਬਣ ਗਿਆ। ਤੋ ਇਸ ਕਰਕੇ ਉਸ ਦੇ ਨਾਂ ਦੇ ਉੱਤੇ ਪ੍ਰੋਪਰਟੀ ਖਰੀਦੀ ਜਾ ਸਕਦੀ ਹੈ, ਪ੍ਰੋਪਰਟੀ ਦਾ ਰਜਿਸਟਰੀ ਹੋ ਸਕਦੀ ਹੈ, ਇੰਤਕਾਲ ਹੋ ਸਕਦਾ। ਜਿਸ ਤਰੀਕੇ ਨਾਲ ਕਿਸੇ ਹਿਊਮਨ ਬੀਇੰਗਸ ਦੇ ਨਾਂ ਦੇ ਉੱਤੇ ਕੋਈ ਤੁਸੀਂ ਪ੍ਰੋਪਰਟੀ ਖਰੀਦੋ, ਉਹਦਾ ਰਾਈਟ ਹੈ, ਲੈਜੀਟੀਮੇਸੀ ਹੈ। ਲੇਕਿਨ ਇਹ ਸਟੇਟਸ, ਇਹ ਪੋਜੀਸ਼ਨ, ਇਹ ਅਥਾਰਟੀ ਨਾ ਤਾਂ ਬਾਈਬਲ ਦੇ ਕੋਲ ਆ, ਨਾ ਹਿੰਦੂ ਆਈਡਲਸ ਦੇ ਕੋਲ ਆ, ਨਾ ਹਿੰਦੂ ਸਕ੍ਰਿਪਚਰਸ ਦੇ ਕੋਲ ਆ, ਨਾ ਕਿਸੇ ਹੋਰ ਸਕ੍ਰਿਪਚਰ ਦੇ ਕੋਲ ਇਸ ਕਿਸਮ ਦਾ ਸਟੇਟਸ ਹੈ। ਅਨਫੋਰਚੂਨੇਟਲੀ ਮੈਂ ਇੱਥੇ ਬੜਾ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਸ ਵਕਤ M.A. ਮੈਕੌਲਿਫ ਸਾਹਿਬ ਤੋਂ ਟਰਾਂਸਲੇਸ਼ਨ ਕਰਾਇਆ ਗਿਆ ਸਿੱਖਾਂ ਨੇ, 1904-5 ਦੀ ਗੱਲ ਆ, ਉਹ ਫਾਈਨਲ ਹੋਇਆ। ਉਦੋਂ ਪਹਿਲਾਂ ਸ਼ੁਰੂ ਕੀਤਾ ਉਹਨਾਂ ਨੇ ਟਰਾਂਸਲੇਸ਼ਨ ਕਰਨਾ ਗੁਰੂ ਗ੍ਰੰਥ ਸਾਹਿਬ ਦਾ। ਤਾਂ ਭਾਈ ਕਾਹਨ ਸਿੰਘ ਵੀ ਉਸ ਦੇ ਬਹੁਤ ਬੜੇ ਦੋਸਤ ਵੀ ਸੀ, ਐਡਵਾਈਜ਼ਰ ਵੀ ਸੀ, ਉਹਨਾਂ ਨੂੰ ਸੁਝਾਅ ਦਿੰਦੇ ਸੀ, ਸਮਝਾਉਂਦੇ ਸੀ। ਤਾਂ ਕਿਉਂਕਿ M.A. ਮੈਕੌਲਿਫ ਕ੍ਰਿਸਚਨ ਸੀ, ਗੋਰਾ ਸੀ, ICS ਆਫਿਸਰ ਸੀ। ਜਿਹੜੇ ਕ੍ਰਿਸਚਨ ਲੋਕ ਆ ਉਹਨਾਂ ਦੀ ਇੱਕ ਗਰੂਮਿੰਗ ਹੋਈ ਵੀ, ਪਰਵਰਿਸ਼ ਹੋਈ ਵੀ, ਉਹ ਬਾਈਬਲ ਨੂੰ ਸਕ੍ਰਿਪਚਰ ਹੀ ਸਮਝਦੇ, ਉਹ ਬਾਈਬਲ ਨੂੰ ਇੱਕ ਧਾਰਮਿਕ ਗ੍ਰੰਥ ਸਮਝਦੇ ਆ, ਇੱਕ ਧਾਰਮਿਕ ਕਿਤਾਬ ਸਮਝਦੇ ਆ। ਜਿਹੜਾ ਪ੍ਰੋਫਿਟ ਆ ਉਹਨੂੰ ਤਾਂ ਉਹ ਮੰਨਦੇ ਆ, ਕ੍ਰਾਈਸਟ ਨੂੰ। ਲੇਕਿਨ ਇਹ ਗੱਲ ਦੀ ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀ ਕੋਈ ਐਸੀ ਇਲ ਇੰਟੈਂਸ਼ਨ ਹੋਵੇ ਮੈਕੌਲਿਫ ਸਾਹਿਬ ਦੀ, ਪਰ ਉਹਨਾਂ ਨੇ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਕ੍ਰਿਪਚਰ 'ਚ ਫਿਕਸ ਕਰ ਦਿੱਤਾ। ਮੈਂ ਇੱਥੇ ਥੋੜ੍ਹਾ ਜਿਹਾ ਮੈਂ ਦੁਖਾਂਤ ਦੇ ਵਿੱਚ ਗੱਲ ਕਰ ਰਿਹਾ, ਬੜੇ ਸੀਰੀਅਸ ਤਰੀਕੇ ਦੇ ਨਾਲ, ਕਿ ਭਾਈ ਕਾਹਨ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ। ਭਾਈ ਕਾਹਨ ਸਿੰਘ ਨੂੰ ਇਸ ਦੀ ਡੈਪਥ ਦਾ ਅੰਦਾਜ਼ਾ ਨਹੀਂ ਸੀ ਕਿ ਸਾਡਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਸਕ੍ਰਿਪਚਰ ਨਹੀਂ ਹੈ, ਉਹ ਤਾਂ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ। ਉਹ ਤਾਂ ਗੁਰੂ ਨੇ, ਜਦੋਂ ਸ਼ਬਦ ਗੁਰੂ ਦੀ ਗੱਲ ਗੁਰੂ ਨਾਨਕ ਬਾਰ-ਬਾਰ ਕਰ ਰਿਹਾ ਔਰ ਹੋਰ ਬਹੁਤ ਸਾਰੇ ਐਸੇ ਸ਼ਬਦਾਂ ਦੇ ਰਾਹੀਂ ਸੰਕੇਤ ਦੇ ਰਿਹਾ ਕਿ ਸ਼ਬਦ ਹੀ ਗੁਰੂ ਹੈ। ਤੋ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਟੇਟਸ ਤੇ ਪੋਜੀਸ਼ਨ ਉਹ ਸਕ੍ਰਿਪਚਰ ਵਾਲਾ ਨਹੀਂ, ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ। ਹੁਣ ਇਸੇ ਦੇ ਉੱਤੇ ਬੜੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਬੜੇ ਉਪਰਾਲੇ ਕਰਕੇ
बड़ा मतलब जोर ला के इस दे उत्ते टीके करने की कोशिश कर रहे हैं, या इसका क्रिटिकल एनालिसिस करने की कोशिश कर सकते हैं। ਜਿਹੜੇ ਟੀਕੇ ਆ ਕ੍ਰਿਟੀਕਲ ਐਨਾਲਿਸਿਸ ਆ ਬਾਈਬਲ ਦਾ ਹੋ ਸਕਦਾ, ਉਹ ਹਿੰਦੂ ਗ੍ਰੰਥਾਂ ਦਾ ਹੋ ਸਕਦਾ, ਉਹ ਕੁਰਾਨ ਦਾ ਹੋ ਸਕਦਾ, ਉਹ ਟੋਰਾ ਦਾ ਹੋ ਸਕਦਾ, ਉਹ ਬੋਧੀਆਂ ਦੇ ਗ੍ਰੰਥ ਦਾ ਹੋ ਸਕਦਾ, ਲੇਕਿਨ ਜਿਉਂਦੇ ਜਾਗਦੇ ਗੁਰੂ ਦਾ ਕਿਉਂ ਟੀਕਾ ਤੁਸੀਂ ਕਰ ਦੋਗੇ? ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਟੀਕਾ ਕਰਨ ਤੋਂ ਪਹਿਲਾਂ ਮੈਂ ਬਹੁਤ ਹੰਬਲੀ ਬੇਨਤੀ ਕਰਦਾ ਸਿੱਖ ਵਿਦਵਾਨਾਂ ਨੂੰ, ਪਹਿਲਾਂ ਸਮਝ ਤਾਂ ਲਓ ਵੀ ਇਹਦਾ ਸਟੇਟਸ ਕੀ ਹੈ। ਕਿਸੇ ਜਿਉਂਦੇ ਜਾਗਦੇ ਸਾਖਸ਼ਾਤ ਇਨਸਾਨ ਦਾ ਤੁਸੀਂ ਟੀਕਾ ਕਰ ਸਕਦੇ ਹੋ? ਕੀ ਉਸ ਵਿਚਾਰਧਾਰਾ ਜੋ ਗੁਰੂ ਨੇ ਦਿੱਤੀ, ਜੋ ਗੁਰੂ ਦੀ ਡੈਪਥ ਹੈ, ਜੋ ਗੁਰੂ ਦੀ ਮਤਲਬ ਬੜਪਨ ਹੈ, ਗੁਰੂ ਦਾ ਗ੍ਰੈਂਜਰ ਹੈ, ਉਸ ਨੂੰ ਤੁਸੀਂ ਟੀਕਿਆਂ ਦੇ ਵਿੱਚ ਬੰਨ੍ਹ ਦੋਗੇ? ਕਿਸ ਤਰੀਕੇ ਨਾਲ ਟੀਕਿਆਂ 'ਚ ਤੁਸੀਂ ਬੰਨ੍ਹ ਦੋਗੇ? ਗੁਰੂ ਇੱਕ ਜਿਉਂਦਾ ਜਾਗਦਾ ਗੁਰੂ ਆ, ਜਿਹੜਾ ਸਾਡੇ ਵਿੱਚ ਵਿਚਰ ਰਿਹਾ, ਜਿਹੜਾ ਸਾਡੇ ਵਿੱਚ ਇੱਕਮੇਕਾ ਸਿੱਖ ਨੇ ਗੁਰੂ ਦੇ ਨਾਲ ਵਨੈਸ 'ਚ ਜਾਣਾ। ਕਿਸ ਤਰੀਕੇ ਦੇ ਨਾਲ ਜਾਣਾ? ਜਿਸ ਤਰੀਕੇ ਨਾਲ ਲਹਿਣਾ ਜੀ ਇੱਕ ਸਧਾਰਨ ਸਿੱਖ ਹੈ, ਲੇਕਿਨ ਗੁਰੂ ਦੇ ਪ੍ਰਭਾਵ ਦੇ ਵਿੱਚ ਆ ਕੇ ਉਹ ਕੀ ਬਣ ਗਏ? ਗੁਰੂ ਬਣ ਗਏ। ਤੋ ਸਿੱਖ ਨੇ ਗੁਰੂ ਦੇ ਪ੍ਰਭਾਵ ਦੇ ਇਨਫਲੂਐਂਸ ਦੇ ਵਿੱਚ ਆ ਕੇ ਉਸ ਦੇ ਨਾਲ ਵਨੈਸ ਨਾਲ, ਜੇ ਤੋਂ ਪ੍ਰੇਮ ਖੇਲਣ ਕਾ ਤਾ ਸਿਰ ਤਰ ਤਲੀ ਗਲੀ ਮੇਰੀ ਆ, ਇਤ ਮਾਰਗ ਪੈਰ ਤਰੀਜੇ ਸਿਰ ਤੀਜੇ ਕਾ ਨਾ ਕੀਜੇ। We have to be one with God. We have to imbibe the virtues of the Guru, who is a living Guru, ਜਿਉਂਦਾ ਜਾਗਦਾ ਸਾਖਸ਼ਾਤ ਗੁਰੂ। ਮੈਂ ਇੱਥੇ ਰਤਨ ਸਿੰਘ ਭੰਗੂ ਦੀ ਮਤਲਬ ਉਹਨਾਂ ਦੇ ਗ੍ਰੰਥ ਦੇ ਵਿੱਚੋਂ, ਇਤਿਹਾਸਿਕ ਗ੍ਰੰਥ ਹੈ, ਉਸ ਦੇ ਵਿੱਚੋਂ ਮੈਂ ਇੱਕ ਗੱਲ ਕੋਟ ਕਰਨੀ ਚਾਹੁੰਦਾ, ਪ੍ਰਾਚੀਨ ਪੰਥ ਪ੍ਰਕਾਸ਼ ਹੈ ਜਿਹੜਾ, ਕਿ ਇੱਕ ਮੌਕਾ ਆਉਂਦਾ 18ਵੀਂ ਸਦੀ ਦੇ ਵਿੱਚ, ਜਦੋਂ ਸਿੱਖਾਂ ਦੇ ਉੱਤੇ ਬਹੁਤ ਬੜਾ ਸੰਕਟ ਝੋਲ ਰਿਹਾ, ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਆ, ਸਿੱਖਾਂ ਨੂੰ ਕਿਸੇ ਜਗ੍ਹਾ ਰਹਿਣ ਨਹੀਂ ਦਿੱਤਾ ਜਾਂਦਾ, ਜਾਂ ਤਾਂ ਕਾਠੀਆਂ 'ਚ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਆ, ਉੱਥੇ ਹੀ ਸੌਂਦੇ ਆ, ਉੱਥੇ ਖਾਂਦੇ, ਉੱਥੇ ਪੀਂਦੇ, ਜੰਗਲਾਂ ਦੇ ਵਿੱਚ, ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ, ਕਿਸ ਕਿਸ ਜਗ੍ਹਾ 'ਤੇ ਜਾ ਕੇ ਆਪਣੀ ਜਾਨ ਬਚਾਉਂਦੇ ਆ। ਤਾਂ ਉਸ ਦੇ ਵਿੱਚ ਇੱਕ ਐਸੀ ਪਰੇਸ਼ਾਨੀ ਆਉਂਦੀ ਆ ਸਿੱਖਾਂ ਨੂੰ, ਥੋੜ੍ਹੀ ਨੰਬਰ ਆ ਸਿੱਖਾਂ ਦਾ ਕਿਸੇ ਐਸੀ ਰਿਮੋਟ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਅਰਦਾਸ ਕਰਦੇ ਕਿ ਹੇ ਗੁਰੂ ਗ੍ਰੰਥ ਸਾਹਿਬ, ਹੇ ਮੇਰੇ ਗੁਰੂ ਸਾਖਸ਼ਾਤ ਗੁਰੂ, ਜਿਉਂਦੇ ਜਾਗਦੇ ਗੁਰੂ, ਜੇ ਸਿੱਖ ਹੀ ਨਾ ਰਹੇ ਤਾਂ ਤੈਨੂੰ ਕੌਣ ਪਛਾਣੂਗਾ? ਤੈਨੂੰ ਕੌਣ ਅਰਦਾਸਾਂ ਕਰੂਗਾ? ਕੌਣ ਤੇਰੇ ਪਾਠ ਕਰੂਗਾ? ਤਾਂ ਉਹਨਾਂ ਦੇ ਮਨ ਦੇ ਵਿੱਚੋਂ ਹੀ ਆਵਾਜ਼ ਆਉਂਦੀ ਆ ਕਿ ਮੈਂ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ। ਇਹ ਉਹਨਾਂ ਦੀ ਭਾਵਨਾ ਸਿੱਖਾਂ ਦੀ, ਔਰ ਉਹ ਭਾਵਨਾ ਬਹੁਤ ਸਥਿਰ ਸਥੂਲ, ਔਰ ਉਸੇ ਭਾਵਨਾ ਨੂੰ ਲੈ ਕੇ ਉਹ ਸ਼ਕਤੀ ਲੈਂਦੇ ਆ ਔਰ ਜਾ ਕੇ ਲੜਦੇ ਆ ਐਡੀਆਂ ਬੜੀਆਂ ਸਲਤਨਤਾਂ ਦੇ ਨਾਲ। ਅਹਿਮਦ ਸ਼ਾਹ ਅਬਦਾਲੀ ਜਿਹੜਾ ਏਸ਼ੀਆ ਦਾ ਸਭ ਤੋਂ ਬੜਾ ਉਸ ਵੇਲੇ ਦਾ ਵਾਰੀਅਰ ਸੀ, ਮੁਗਲਾਂ ਦੇ ਨਾਲ, ਪਠਾਨਾਂ ਦੇ ਨਾਲ, ਅਫਗਾਨਾਂ ਦੇ ਨਾਲ, ਮਰਾਠਿਆਂ ਦੇ ਨਾਲ, ਤੋਂ ਉਸ ਤੋਂ ਬਾਅਦ ਉਹ ਆਪਣਾ ਰਾਜ ਐਸਟੈਬਲਿਸ਼ ਕਰਦੇ ਆ, ਜਿਹੜਾ ਦੁਨੀਆ ਦੇ ਵਿੱਚ ਵਿਲੱਖਣ ਰਾਜ ਆ। ਮੈਂ ਨਹੀਂ ਕਹਿ ਰਿਹਾ, BBC ਕਹਿ ਰਿਹਾ। ਸੋ ਇਸ ਕਰਕੇ ਬੜਾ ਹੰਬਲੀ, ਬੜੀ ਨਿਮਰਤਾ ਸਹਿਤ ਮੈਂ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਗੱਲ ਨੂੰ ਸਮਝ ਲੈਣ, ਔਰ ਇਸ ਗੱਲ ਨੂੰ ਸਮਝ ਕੇ ਆਪਣੀ ਮਾਨਸਿਕਤਾ ਦੇ ਵਿੱਚ ਇਸ ਨੂੰ ਪਾ ਲੈਣ ਕਿ ਸਾਡਾ ਜਿਹੜਾ ਗੁਰੂ ਗ੍ਰੰਥ ਹੈ ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ। ਅਸੀਂ ਉਸ ਨੂੰ ਆਪਣੇ ਅੰਗ ਸੰਗ ਦੇ ਵਿੱਚ ਨਾਲ ਲਾ ਕੇ ਉਸ ਦੇ ਵਿੱਚ ਸਮਾਉਣਾ ਹੈ। ਉਸ ਦੇ ਕੋਈ ਟੀਕੇ ਨਹੀਂ ਕਰਨੇ, ਉਸ ਦੀ ਕੋਈ ਵਿਆਖਿਆ ਨਹੀਂ ਕਰਨੀ। ਪਿਆਰ ਵਰਲਡ ਵਿਊ ਹੈ ਸਿੱਖਾਂ ਦਾ, ਪਿਆਰ ਦੇ ਵਿੱਚ ਉਸ ਦੇ ਕਲਾਵੇ ਵਿੱਚ ਸਿੱਖ ਜਿਹੜਾ ਪੰਥ ਹੈ ਉਸਨੇ ਆਉਣਾ, ਉਸ ਦੇ ਕਲਾਵੇ ਵਿੱਚ ਉਹਨਾਂ ਨੇ ਜਿਉਣਾ, ਉਸ ਦੇ ਕਲਾਵੇ ਦੇ ਵਿੱਚ ਹੀ ਉਹਨਾਂ ਨੇ ਗੁਰੂ ਨੂੰ ਮਤਲਬ ਸਮਰਪਿਤ ਹੋਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ